साध संग नानक जस गायो, जो प्रभ की अत प्यारी। जेखो जाना आखा नाही, कहना कथन ना जाई। गुरा इक देह बुझाई, सबना जियां का इक दाता। सो मैं विसर ना जाई, सबना जियां का इक दाता। सो मैं विसर न जाई। गरीब नवाज। धन धन सतगुरु श्री गुरु ग्रंथ साहिब महाराज जी की पावन पवित्र हजूरी अंदर सुभाईमान सतसंगी जनों, वड भागे खां संध्या वेले दे पावन दीवाना विच बैठ के रब्बी बाणी आप जी सरवण कर रहे हो। सतगुर दाता कृपा करे, पढ़ी सुनी बाणी साडे हिरदे अंदर वस जावे। गुरबाणी अनुसार सानू जीवन जिउण दी जाच सतगुर कोलों आ जाए। इसे नूं सतगुर जी बाणी विच कहंदे आ, गुर मिल चज आचार सिख। गुरु नूं मिल के चंगा जीवन जिउण दा ढंग तरीका सिख, क्योंकि चंगा जीवन जिउण दे विच ही सारे सुख ने। जे गुरु नूं मिल के चंगा जीवन नहीं सिखदा ते सतगुरु जी कहंदे आ जीवन विच दुख ही दुख ने। गुरमिल चज आचार सिख, तुद कदे न लगै दुख। तैनूं कदी भी दुख नहीं व्यापेगा, कदी भी जिंदगी दे अंदर झोरा नहीं होएगा। सो आओ सतगुर कृपा करे। पिछले दिनी आप जी दे नाल गुरु तेग बहादुर महाराज धर्म की चादर सतगुरु उन्हां दी पावन बाणी सलोक महला 9वां उस दी विचार आप जी दे नाल सांझी कीती सी। मन दे अंदर एक भावना, जिथे आपां सतगुरु जी दी बाणी दी विचार कीती, उत्थे नाल एक गुरु तेग बहादुर महाराज जी दे जीवन दी, सतगुरु जी दे इतिहास दी विचार आप जी दे नाल सांझी कीती जावे। सतगुरु गुरु तेग बहादुर महाराज सब थाई होए सहाय, जिन्हां नूं अरदास विच आपां पढ़दे हां किरपा करन। जिस तरह सिर ते मेर भरिया हत्थ रख के अपनी बाणी दी विचार करवाई, उसे तरह गुरु तेग बहादुर महाराज सतगुर कृपा करो, क्योंकि साडी तुच्छ बुद्धि तुच्छ मत कुछ भी बयान करन दे समर्थ नहीं है, क्योंकि असी अणजाण हाँ। ते अणजाण बंदा पूरे गुरु की विचार करन तो असमर्थ हुंदा है। पर वो गुरु कृपा करे, गुरु रहमत करे, जिन्नी को सोझी बख्शदा, जिन्नी को समत बख्शदा, उस अधीन रह के सतगुर आप ही वो विचार करा लेंदे आ। ते गुरु अगे अरदास करिए, दीजै बुद्ध विवेका। हे वाहिगुरु सानू वो बुद्ध दे, सानू वो मत दे, तेरी मत अनुसार असी तेनू समझ के कुछ विचारां तेरियां असी सांझियां कर सकीए।
ਸੋ ਆਓ ਸਤਿਗੁਰ ਕਿਰਪਾ ਕਰੇ। ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰ ਜੀ ਆਪਣੀਆਂ ਵਿਚਾਰਾਂ ਆਪ ਕਰਾਉਣ। ਗੁਰ ਇਤਿਹਾਸ ਦੇ ਅੰਦਰ ਸਤਿਗੁਰੂ ਜੀ ਦੇ ਜੀਵਨ ਨੂੰ ਵਾਚਣ ਤੋਂ ਪਹਿਲਾਂ ਸਾਰੇ ਸਤਿਗੁਰੂ ਜੀ ਦੇ ਚਰਨਾਂ 'ਚ ਸੀਸ ਨਵਾਈਏ, ਪਿਆਰ ਸਤਿਕਾਰ ਅਤੇ ਅਦਬ ਦੇ ਨਾਲ ਦੋਵੇਂ ਹੱਥ ਜੋੜ ਇੱਕੇ ਵਾਰੀ ਕਹਿਣ ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਕੁਝ ਕੁ ਬੇਨਤੀਆਂ ਮੈਂ ਆਪ ਜੀ ਦੇ ਚਰਨਾਂ ਵਿੱਚ ਗੁਰ ਇਤਿਹਾਸ ਵਿਚਾਰਨ ਤੋਂ ਪਹਿਲਾਂ ਕਰਨੀਆਂ ਚਾਹੁੰਦਾ। ਇਸ ਗੱਲ ਦੇ ਬਾਰੇ ਆਪ ਜੀ ਨੂੰ ਪਤਾ ਹੈ ਤੇ ਮੈਨੂੰ ਵੀ ਪਤਾ ਹੈ। ਆਪਾਂ ਜਿੰਨੇ ਕੁ ਬੈਠੇ ਆ, ਸਤਿਗੁਰਾਂ ਦਾ ਇਤਿਹਾਸ ਜਿਹੜਾ ਉਹ ਬੜਾ ਹੀ ਬਹੁਮੁੱਲਾ ਇਤਿਹਾਸ ਹੈ। ਚਲੋ ਵੈਸੇ ਜਦੋਂ ਪੂਰੇ ਇਤਿਹਾਸ ਨੂੰ ਆਪਾਂ ਪੜ੍ਹਦੇ ਹਾਂ, ਭਾਵੇਂ ਉਹ ਗੁਰੂ ਸਾਹਿਬਾਨਾਂ ਦਾ ਹੋਵੇ, ਭਾਵੇਂ ਉਹ ਸ਼ਹੀਦਾਂ ਦਾ ਹੋਵੇ, ਭਾਵੇਂ ਉਹ ਗੁਰਸਿੱਖਾਂ ਦਾ ਹੋਵੇ, ਹੁਣ ਤੱਕ ਦਾ ਇਤਿਹਾਸ ਸਾਰਾ ਇਤਿਹਾਸ ਬਾ ਕਮਾਲ ਦਾ ਹੈ। ਤੇ ਮੈਂ ਬੇਨਤੀ ਕਰਾਂ ਆਪ ਜੀ ਦੇ ਚਰਨਾਂ 'ਚ, ਇੱਕ ਵਿਦਵਾਨ ਨੇ ਬੜੀ ਕਮਾਲ ਦੀ ਇੱਕ ਗੱਲ ਲਿਖੀ ਹੈ, ਫਿੱਤਾ ਫਿੱਤਾ ਹੋ ਜਾਂਦੀ ਆ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ। ਆਪ ਜੀ ਸਿਆਣੇ ਬੈਠੇ ਹੋ। ਫਿੱਤਾ ਫਿੱਤਾ ਹੋ ਜਾਂਦੀ ਆ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ, ਪਾਰਸ ਮਿਟ ਜਾਂਦੀ ਗਲਤ ਅੱਖਰਾਂ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਜਿਹੜੀ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਆ ਨਾ, ਉਹ ਲਿਖੇ ਹੋਏ ਗਲਤ ਅੱਖਰਾਂ ਦੀ ਤਰ੍ਹਾਂ ਮਿਟਦਿਆਂ ਉਹਨੂੰ ਵਕਤ ਨਹੀਂ ਲੱਗਦਾ, ਬੜੀ ਛੇਤੀ ਮਿਟ ਜਾਇਆ ਕਰਦੀ ਹੈ। ਗੁਰੂ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ, ਬੜੀ ਬਖਸ਼ਿਸ਼ ਕੀਤੀ ਹੈ। ਸਾਨੂੰ ਆਪਣੇ ਜੀਵਨ ਦੇ ਵਿੱਚੋਂ ਜੋ ਉਹਨਾਂ ਨੇ ਖੰਡਾਇਆ, ਜੋ ਉਹਨਾਂ ਨੇ ਮਾਣਿਆ, ਉਸ ਰੰਗਤ ਦੇ ਵਿੱਚ ਰੰਗ ਕੇ ਜਿੱਥੇ ਗੁਰਬਾਣੀ ਦਿੱਤੀ, ਉੱਥੇ ਨਾਲ ਆਪਣਾ ਇਤਿਹਾਸ ਵੀ ਦਿੱਤਾ। ਸਾਨੂੰ ਮਾਣ ਹੋਣਾ ਚਾਹੀਦਾ ਗੁਰੂ ਦੇ ਉੱਤੇ, ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ, ਸਤਿਗੁਰ ਤੇਰੇ ਕਰਕੇ ਸਾਨੂੰ ਜਿਉਣਾ ਆ ਗਿਆ। ਜੇਕਰ ਤੂੰ ਇਹੋ ਜਿਹੀਆਂ ਬਾਤਾਂ ਨਾ ਸਾਨੂੰ ਦਿੰਦਾ ਤਾਂ ਸਤਿਗੁਰੂ ਜੀ ਉਹ ਸਾਡਾ ਜੀਵਨ ਉਹ ਜੀਵਨ ਨਾ ਹੁੰਦਾ ਜਿਹੜਾ ਤੁਸੀਂ ਜੀਵਿਆ, ਸਾਡਾ ਜੀਵਨ ਉਹ ਜੀਵਨ ਹੁੰਦਾ ਜਿਹੜਾ ਖੁਆਰੀ ਦੇ ਰਾਹ 'ਤੇ ਤੁਰਿਆ। ਇਹ ਜੀਵਨ ਸਤਿਗੁਰੂ ਨੇ ਸਾਨੂੰ ਦਿੱਤਾ, ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਬਸ ਕੁਝ ਕੁ ਬੇਨਤੀਆਂ ਕਰਨੀਆਂ, ਫਿਰ ਇਤਿਹਾਸ ਨੂੰ ਵਾਚਣਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਜਦੋਂ ਸਤਿਗੁਰੂ ਜੀ ਨੂੰ ਤੁਸੀਂ ਪੜ੍ਹਦੇ ਹੋ, ਸਤਿਗੁਰੂ ਜੀ ਨੇ ਦੋ ਸ਼ਬਦ ਬੜੇ ਕਮਾਲ ਦੇ ਕਹੇ ਆ, ਇੱਕ ਪੁੱਤਰ ਤੇ ਇੱਕ ਕਪੁੱਤਰ। ਕਪੁੱਤਰ ਉਹ ਹੋਇਆ ਕਰਦਾ ਜਿਹੜਾ ਆਪਣੇ ਪਿਤਾ ਦੀ ਗੱਲ, ਆਪਣੇ ਮਾਂ ਬਾਪ ਦੀ ਗੱਲ ਤੋਂ ਦੂਰ ਭੱਜਦਾ ਨਜ਼ਰ ਆਵੇ। ਉਹਨੂੰ ਅਕਸਰ ਮਾਂ ਬਾਪ ਇਹ ਗੱਲ ਕਹਿੰਦੇ ਆ, ਤੂੰ ਸਾਡੇ ਕਹਿਣੇ ਵਿੱਚ ਨਹੀਂ, ਤੂੰ ਸਾਡੀ ਗੱਲ ਨਹੀਂ ਮੰਨਦਾ, ਸਾਡੀ ਗੱਲ ਨਹੀਂ ਸੁਣਦਾ, ਤੂੰ ਸਾਡਾ ਪੁੱਤਰ ਨਹੀਂ ਰਿਹਾ, ਸਗੋਂ ਤੂੰ ਸਾਡਾ ਕਪੁੱਤਰ ਹੋ ਗਿਆ। ਇੱਕ ਉਹ ਹੁੰਦਾ ਜਿਹੜਾ ਪੁੱਤਰ ਹੁੰਦਾ, ਜਿਹੜਾ ਹਰ ਵਕਤ ਹਰ ਵੇਲੇ ਆਪਣੇ ਮਾਂ ਬਾਪ ਦੀ ਗੱਲ ਦੇ ਉੱਤੇ ਗੌਰ ਕਰਦਾ। ਉਸ ਧੀ ਨੂੰ ਵੀ ਆਪਾਂ ਸਿਆਣੀ ਕਹਿੰਦੇ ਆ, ਉਸ ਪੁੱਤਰ ਨੂੰ ਵੀ ਆਪਾਂ ਸਿਆਣਾ ਕਹਿੰਦੇ ਆ। ਬਸ ਇਸੇ ਨੂੰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ, ਪੁੱਤਰ ਉਹ ਹੈ ਜਿਹੜਾ ਆਪਣੇ ਬਾਬਿਆਂ ਦੀਆਂ ਬਬਾਣੀਆਂ ਕਹਾਣੀਆਂ ਕਰਾਉਂਦਾ, ਮੈਂ ਸੁਣਦਾ ਹੈ, ਵਿਚਾਰਦਾ ਹੈ, ਅਸਲ ਦੇ ਵਿੱਚ ਉਹੀ ਮੇਰਾ ਪੁੱਤਰ ਹੈ। ਜਿਵੇਂ ਆਪਾਂ ਇੱਕ ਬਚਨ ਪੜ੍ਹਦੇ ਹਾਂ ਸਤਿਗੁਰੂ ਜੀ ਦੀ ਬਾਣੀ ਦੇ ਅੰਦਰ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਘਰੇਨ। ਆਪਾਂ ਜਿੰਨੇ ਬੈਠੇ ਆ ਸਾਧ ਸੰਗਤ, ਆਪਾਂ ਉਸ ਗਿਣਤੀ ਵਿੱਚ ਆ ਜਿਹੜੇ ਗੁਰੂ ਦੀ ਗੱਲ ਨੂੰ ਕਰਦੇ ਆ ਤੇ ਗੁਰੂ ਦੀ ਗੱਲ ਨੂੰ ਸੁਣਦੇ ਆ। ਇੱਕ ਮੈਂ ਬੇਨਤੀ ਹੋਰ ਇੱਥੇ ਕਰਦੇ ਆ, ਜੇ ਆਪਾਂ ਗੁਰੂ ਦੀ ਗੱਲ ਕਰਦਿਆਂ ਹੋਇਆਂ, ਗੁਰੂ ਦੀ ਗੱਲ ਸੁਣਾਉਂਦਿਆਂ ਹੋਇਆਂ ਕਿਤੇ ਮੇਰੇ ਵਰਗਾ ਫਿਰ ਵੀ ਕਿਤੇ ਗੁਰੂ ਤੋਂ ਤਾਂ ਜਾ ਕੇ ਕੋਈ ਗੱਲ ਕਰਦਾ ਹੈ,
ਜਿਹਦੇ ਵਿੱਚ ਗੁਰੂ ਦੀ ਵਡਿਆਈ ਨਹੀਂ ਹੈ, ਗੁਰੂ ਦੀ ਸੋਭਾ ਨਹੀਂ ਹੈ, ਜਿਹਦੇ ਕਰਕੇ ਗੁਰੂ ਦਾ ਮਾਣ ਘਟਦਾ ਹੋਵੇ, ਫਿਰ ਮੈਂ ਬੇਨਤੀ ਇੱਥੇ ਮੈਨੂੰ ਇੱਕ ਉਦਾਹਰਣ ਮੈਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਆਪਾਂ ਵੇਖਦੇ ਹਾਂ ਮਾਂ ਬਾਪ ਅਕਸਰ ਆਪਣੇ ਧੀਆਂ ਪੁੱਤਰਾਂ ਨੂੰ ਇਹ ਗੱਲ ਸਿਖਾਉਂਦੇ ਆ, ਧੀਏ ਪੁੱਤ ਵੇ ਇੱਕ ਗੱਲ ਖਿਆਲ 'ਚ ਰੱਖੀ, ਉਹ ਕੰਮ ਕਦੇ ਨਾ ਕਰੀ ਜਿਹਦੇ ਕਰਕੇ ਤੇਰੇ ਬਾਪ ਦੀ, ਤੇਰੇ ਮਾਂ ਦੀ, ਮਾਤਾ ਪਿਤਾ ਦੀ ਇੱਜ਼ਤ ਨੂੰ ਦਾਗ ਲੱਗਦਾ। ਵੇਖੀ ਕਿਤੇ ਜੇ ਇੱਕ ਵਾਰੀ ਦਾਗ ਲੱਗ ਗਿਆ, ਉਹ ਦਾਗ ਕਦੀ ਨਾ ਤੇ ਤੂੰ ਧੋ ਪਾਏਗਾ ਤੇ ਨਾ ਹੀ ਅਸੀਂ ਧੋ ਪਾਵਾਂਗੇ। ਬਸ ਆਹੀ ਕਹਾਣੀ ਹੈ। ਜੇ ਤੇ ਆਪਾਂ ਪੁੱਤਰ ਸਪੁੱਤਰ ਬਣ ਕੇ ਗੁਰੂ ਦੀ ਗੱਲ ਨੂੰ ਮੰਨਦੇ ਹਾਂ ਤੇ ਗੁਰੂ ਦੀ ਗੱਲ ਤੇ ਤੁਰਦੇ ਹਾਂ, ਫਿਰ ਤੇ ਆਪਾਂ ਗੁਰੂ ਦੇ ਪੁੱਤਰ ਵੀ ਹਾਂ, ਗੁਰੂ ਦੇ ਧੀਆਂ ਵੀ ਹਾਂ। ਪਰ ਜੇਕਰ ਆਪਾਂ ਫਿਰ ਵੀ ਗੁਰਬਾਣੀ ਤੋਂ ਹਟ ਕੇ ਕੋਈ ਕਰਮ ਕਰਦੇ ਹਾਂ ਤੇ ਮਾਫ ਕਰਨਾ, ਫਿਰ ਅਸੀਂ ਆਪ ਉਹਦੇ ਦੋਸ਼ੀ ਹਾਂ। ਉਹਦੇ ਵਿੱਚ ਗੁਰੂ ਦਾ ਕੋਈ ਕਸੂਰ ਨਹੀਂ ਹੈ। ਦਾਗ ਅਸੀਂ ਆਪਣੇ ਆਪ ਨੂੰ, ਵੇਖੋ ਗੁਰੂ ਬੇਦਾਗ ਹੈ, ਦੁਨਿਆਵੀ ਰਿਸ਼ਤਿਆਂ ਨੂੰ ਦਾਗ ਲੱਗਦੇ ਆ, ਪਰ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਗੁਰੂ ਬੇਦਾਗ ਹੈ ਤੇ ਉਹਨੇ ਬੇਦਾਗ ਰਹਿਣਾ। ਦਾਗ ਜੇਕਰ ਲੱਗਣਾ ਤੇ ਤੇਰੇ ਤੇ ਲੱਗਣਾ, ਕਿਉਂਕਿ ਤੂੰ ਗੁਰੂ ਤੋਂ ਉਲਟ ਜਾ ਕੇ ਕੰਮ ਕੀਤਾ। ਤੇ ਮੈਂ ਬੇਨਤੀ ਕਰਾਂ, ਅਕਸਰ ਲੋਕ ਅੱਜ ਵੀ ਜਦੋਂ ਸਾਨੂੰ ਕਰਮ ਕਾਂਡ ਕਰਦਿਆਂ ਵੇਖਦੇ ਨੇ ਨਾ, ਜਿਹੜੇ ਲੋਕ ਸਮਝਦਾਰ ਨੇ, ਜਿਨ੍ਹਾਂ ਨੇ ਇਹ ਗੱਲਾਂ ਗੁਰਬਾਣੀ ਦੀਆਂ ਸੁਣੀਆਂ ਕਿ ਵੀ ਸਿੱਖ ਧਰਮ ਦੇ ਅੰਦਰ ਗੁਰੂ ਨੇ ਇਹਨਾਂ ਨੂੰ ਆਹ ਕਰਮ ਕਰਨ ਤੋਂ ਵਰਜਿਆ, ਉਹੀ ਲੋਕ ਇਹ ਗੱਲ ਕਹਿੰਦੇ ਆ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਚੰਗਾ ਚੱਜ ਨਹੀਂ ਸਿਖਾਇਆ ਲੱਗਦਾ। ਇਹ ਹੁਣ ਗੱਲ ਕਿਹਦੇ ਉੱਤੇ ਕੀਤੀ ਜਾ ਰਹੀ ਹੈ? ਮਾਫ ਕਰਨਾ, ਇਹਦੇ ਵਿੱਚ ਦੋਵੇਂ ਆ ਜਾਂਦੇ ਆ। ਅੱਜ ਦੀ ਸਮੇਂ ਦੇ ਅੰਦਰ ਇਹ ਗੱਲ ਵੱਲ ਸਾਨੂੰ ਖਿਆਲ ਕਰਨਾ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਆ ਗੁਰੂ ਦਾ ਦੋਸ਼ ਨਹੀਂ ਹੈ, ਇਹ ਦੋਸ਼ ਸਾਡਾ ਕਿ ਵੀ ਆਪਾਂ ਗੁਰੂ ਦੀ ਗੱਲ ਨਹੀਂ ਮੰਨਦੇ, ਕਿਉਂਕਿ ਆਪਾਂ ਸਿੱਖ ਬਾਣੀ ਨਹੀਂ ਪਾਏ। ਮਾਫ ਕਰਨਾ, ਸਿੱਖ ਬਣਨ ਦੀਆਂ ਕੁਝ ਉਦਾਹਰਨਾਂ ਨੇ ਸਤਿਗੁਰੂ ਜੀ ਦੀ ਬਾਣੀ ਦੇ ਅੰਦਰ। ਪਹਿਲਾਂ ਚਲੋ ਆਪਾਂ ਗੁਰੂ ਦਾ ਇਤਿਹਾਸ ਵਾਚ ਰਹੇ ਹਾਂ, ਸਤਿਗੁਰੂ ਜੀ ਦੀ ਬਾਣੀ ਵਿੱਚੋਂ ਵੀ ਆਪਾਂ ਕੁਝ ਫੈਸਲੇ ਕਰਨੇ ਨੇ, ਤੇ ਕੁਝ ਫੈਸਲੇ ਅਸੀਂ ਗੁਰ ਇਤਿਹਾਸ ਵਿੱਚੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਵਿੱਚੋਂ ਕਰਨੇ ਨੇ, ਆਪਣੀ ਜ਼ਿੰਦਗੀ ਦੇ ਲਈ, ਆਪਣੇ ਜੀਵਨ ਦੇ ਲਈ। ਸਤਿਗੁਰੂ ਜੀ ਦੀ ਬਾਣੀ ਵਿੱਚੋਂ ਪਹਿਲਾਂ ਮੈਂ ਕੁਝ ਕੁ ਬੇਨਤੀਆਂ ਕਰਾਂ। ਸਤਿਗੁਰੂ ਜੀ ਸਿੱਖ ਕਿਹਨੂੰ ਮੰਨਦੇ ਆ? ਆਪ ਜੀ ਨੂੰ ਜੇਕਰ ਇਸ ਗੱਲ ਦੀ ਸਮਝ ਹੋਵੇ, ਜੇ ਆਪਾਂ ਇਸ ਗੱਲ ਨੂੰ ਬਾਣੀ ਪੜ੍ਹਦਿਆਂ ਸਮਝਿਆ ਹੋਵੇ, ਤੇ ਮੈਂ ਕਹਿੰਦਾ ਕਿਸੇ ਦੇ ਮਨ ਦੇ ਵਿੱਚ ਕੋਈ ਤੋਖਲਾ ਨਹੀਂ ਰਹੇਗਾ ਕਿ ਵੀ ਸਤਿਗੁਰੂ ਜੀ ਸਿੱਖ ਕਿਹਨੂੰ ਕਹਿੰਦੇ ਆ। ਆਪਾਂ ਇੱਕ ਬਚਨ ਪੜ੍ਹਦੇ ਹਾਂ ਸਤਿਗੁਰੂ ਜੀ ਦਾ, ਸ਼ਾਇਦ ਜੇਕਰ ਮੈਂ ਭੁੱਲਦਾ ਨਾ ਹੋਵਾਂ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ। ਅਕਸਰ ਆਪਾਂ ਜਦੋਂ ਮੁੱਖ ਵਾਕ ਦੇ ਰੂਪ ਦੇ ਵਿੱਚ, ਹੁਕਮ ਦੇ ਰੂਪ ਵਿੱਚ ਵੀ ਆਪਾਂ ਉਸ ਬਚਨ ਨੂੰ ਕਈ ਵਾਰ ਪੜ੍ਹ ਲੈਂਦੇ ਹਾਂ। ਉਹ ਬਚਨ ਆਉਂਦਾ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਹੁਣ ਉੱਥੇ ਸਤਿਗੁਰੂ ਜੀ ਨੇ ਗੱਲ ਕੀਤੀ ਸੀ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਨੇ, ਉਹ ਮੇਰਾ ਪੁੱਤਰ ਹੈ, ਉਹ ਮੇਰਾ ਸਪੁੱਤਰ ਹੈ। ਤੇ ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਮੇਰਾ ਸਿੱਖ ਹੀ ਨਹੀਂ, ਉਹ ਮੇਰਾ ਬੰਧਪ, ਉਹ ਮੇਰਾ ਸਖਾ ਵੀ ਹੈ। ਬੰਧਪ ਦਾ ਅਰਥ ਹੈ ਰਿਸ਼ਤੇਦਾਰ, ਸਖਾ ਦਾ ਅਰਥ ਹੈ ਮੇਰਾ ਮਿੱਤਰ ਵੀ ਹੈ, ਜਿਹੜਾ ਗੁਰੂ ਦੇ ਭਾਣੇ ਵਿੱਚ ਤੁਰਦਾ ਹੈ। ਤੇ ਜਿਹੜਾ ਗੁਰੂ ਦੇ ਭਾਣੇ ਵਿੱਚ ਨਹੀਂ ਤੁਰਦਾ, ਸਤਿਗੁਰੂ ਜੀ ਨੇ ਫਿਰ ਅੱਗੇ ਉਹਦੇ ਲਈ ਬਚਨ ਕੀਤਾ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਉਹ ਹਮੇਸ਼ਾ ਹੀ ਗੁਰੂ ਤੋਂ ਵਿਛੜਿਆ ਰਹਿੰਦਾ, ਤੇ ਵਿਛੜਿਆਂ ਹੋਇਆਂ ਦੇ ਮੁਖ ਤੇ ਚੋਟਾਂ ਪੈਂਦੀਆਂ ਨੇ। ਸਤਿਗੁਰੂ ਜੀ ਕਹਿੰਦੇ ਆ ਉਹ ਨਾ ਇੱਧਰ ਦੇ ਰਹਿੰਦੇ ਆ, ਨਾ ਉੱਧਰ ਦੇ ਰਹਿੰਦੇ ਆ। ਤੇ ਜਿਹੜੇ ਗੁਰੂ ਦੇ ਹੁਕਮ ਵਿੱਚ ਆ ਜਾਂਦੇ ਆ, ਅਸਲ ਦੇ ਵਿੱਚ ਉਹੀ ਗੁਰੂ ਵਾਲੇ ਸਿੱਖ ਗੁਰਸਿੱਖ ਬਣਦੇ ਆ। ਅੱਜ ਮੈਂ ਪਹਿਲਾਂ ਹੀ ਬੇਨਤੀ ਕਰਦਿਆਂ, ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਦੇ ਜੀਵਨ ਨੂੰ ਵਿਚਾਰਨ ਤੋਂ ਪਹਿਲਾਂ ਵੇਖੋ, ਜਿੱਥੇ ਆਪਾਂ ਸਤਿਗੁਰੂ ਜੀ ਦੇ ਜੀਵਨ ਵੱਲ ਤੱਕਣਾ, ਉੱਥੇ ਨਾਲ ਗੁਰੂ ਦੀ ਹਜ਼ੂਰੀ ਵਿੱਚ ਰਹਿਣ ਵਾਲੇ, ਗੁਰੂ ਨੂੰ ਪਿਆਰ ਕਰਨ ਵਾਲੇ, ਗੁਰੂ ਦੀ ਦਰ ਦੀ ਸੇਵਾ ਘਾਲਣਾ ਕਰਨ ਵਾਲੇ,
ਉਹਨਾਂ ਗੁਰਸਿੱਖਾਂ ਦੀਆਂ ਵੀ ਗੱਲਾਂ ਆਪਾਂ ਨਾਲ ਕਰਨੀਆਂ ਜਿਨ੍ਹਾਂ ਦੀਆਂ ਗੱਲਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਨਾਲ ਜੁੜਦੀਆਂ ਨੇ। ਫਿਰ ਮੈਂ ਇੱਕ ਬੇਨਤੀ ਮੇਰੀ ਧਿਆਨ ਨਾਲ ਸੁਣਿਓ। ਗੁਰੂ ਦੇ ਨਾਲ ਵੈਸੇ ਜਦੋਂ ਗੁਰੂ ਦੀ ਗੱਲ ਆਉਂਦੀ ਹੈ ਨਾ ਬਾਣੀ ਦੇ ਅੰਦਰ, ਤੇ ਗੁਰੂ ਨੂੰ ਬੜਾ ਹੀ ਬਾਣੀ ਦੇ ਅੰਦਰ ਵਡਿਆਇਆ ਗਿਆ, ਬੜੀ ਸੋਭਾ ਕੀਤੀ ਗਈ ਹੈ ਬਾਣੀ ਦੇ ਅੰਦਰ। ਜਿਵੇਂ ਆਪਾਂ ਆਸਾ ਕੀ ਵਾਰ ਪੜ੍ਹਦੇ ਹਾਂ ਤੇ ਧੰਨ ਗੁਰੂ ਨਾਨਕ ਮਹਾਰਾਜ ਪਹਿਲੇ ਸਲੋਕਾਂ ਦੇ ਅੰਦਰ, ਕਹਿ ਲਓ ਕਿ ਪਹਿਲੀ ਪੌੜੀ ਦੇ ਅੰਦਰ, ਵਾਰ ਦੀ ਪਹਿਲੀ ਪੌੜੀ, ਉਹਦੇ ਸਲੋਕਾਂ ਦੇ ਅੰਦਰ ਗੁਰੂ ਦੀ ਵਡਿਆਈ ਕਰਦੇ ਆ, ਗੁਰੂ ਬਾਰੇ ਦੱਸਦੇ ਆ ਕਿ ਵੀ ਗੁਰੂ ਕਿਹੋ ਜਿਹਾ ਹੋਣਾ ਚਾਹੀਦਾ, ਗੁਰੂ ਕੀ ਕਰਦਾ। ਸਤਿਗੁਰੂ ਜੀ ਕਹਿੰਦੇ ਸਭ ਤੋਂ ਪਹਿਲਾਂ ਬਲਿਹਾਰੀ ਗੁਰ ਆਪਣੇ। ਆਪਾਂ ਆਪਣੇ ਗੁਰੂ ਤੋਂ ਸਭ ਤੋਂ ਪਹਿਲਾਂ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ। ਆਪਾਂ ਵੀ ਬਲਿਹਾਰ ਜਾਈਏ। ਬਲਿਹਾਰੀ ਗੁਰ ਆਪਣੇ ਦਿਹਾੜੀ ਸੱਤ ਵਾਰ, ਦਿਹਾੜੀ 'ਚ ਸੱਤ ਵਾਰ ਮੈਂ ਆਪਣੇ ਗੁਰੂ ਤੋਂ ਜਾਵਾਂ। ਕਿਉਂ? ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਿਸ ਗੁਰੂ ਨੇ ਮੈਨੂੰ ਜ਼ਿੰਦਗੀ ਜਿਉਣ ਦਾ ਢੰਗ ਸਿਖਾਇਆ, ਜਿਸ ਗੁਰੂ ਨੇ ਮੈਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦਿੱਤਾ, ਜਿਸ ਗੁਰੂ ਨੇ ਮੇਰੀ ਜ਼ਿੰਦਗੀ ਦਾ ਜਿਉਣ ਦਾ ਅਸਲ ਮਕਸਦ ਮੈਨੂੰ ਦੱਸ ਦਿੱਤਾ, ਮੈਂ ਆਪਣੇ ਉਸ ਗੁਰੂ ਤੋਂ ਬਲਿਹਾਰੇ ਜਾਣਾ। ਅਗਲੀ ਗੱਲ ਗੁਰੂ ਨਾਨਕ ਮਹਾਰਾਜ ਜੀ ਨੇ ਫਿਰ ਬੜੀ ਕਮਾਲ ਦੀ ਗੁਰੂ ਦੇ ਪਰਥਾਈ ਕਰ ਦਿੱਤੀ। ਸਤਿਗੁਰੂ ਗੁਰੂ ਨਾਨਕ ਮਹਾਰਾਜ ਕਹਿੰਦੇ ਆ, ਮੈਂ ਤਾਂ ਬੇਨਤੀਆਂ ਕਰ ਰਿਹਾ ਕਿਉਂਕਿ ਆਪਾਂ ਗੱਲ ਗੁਰੂ ਦੀ ਕਰਨੀ ਹੈ, ਤੇ ਪਹਿਲਾਂ ਬਾਣੀ ਵਿੱਚੋਂ ਵੇਖ ਤੇ ਲਈਏ ਗੁਰੂ ਬਾਰੇ ਕਿਹਾ ਕੀ ਜਾ ਰਿਹਾ। ਪਹਿਲਾਂ ਬਾਣੀ ਵਿੱਚੋਂ ਸਮਝ ਤੇ ਲਈਏ ਗੁਰੂ ਹੁੰਦਾ ਕੀ ਹੈ। ਗੁਰੂ ਦਾ ਸਾਡੀ ਜ਼ਿੰਦਗੀ ਦੇ ਅੰਦਰ, ਜ਼ਿੰਦਗੀ ਦਾ ਗੁਰੂ ਦਾ ਸਾਡੇ ਜੀਵਨ ਦੇ ਅੰਦਰ ਰੋਲ ਕੀ ਹੈ। ਵੇਖੋ ਬਾਹਰਲੀ ਦੁਨੀਆ ਦੇ ਅੰਦਰ ਥੋੜ੍ਹਾ ਜਿਹਾ ਤੁਸੀਂ ਝਾਤ ਮਾਰਿਓ, ਹਰੇਕ ਬੰਦੇ ਦਾ ਬੰਦੇ ਦੇ ਜੀਵਨ ਵਿੱਚ ਕੋਈ ਨਾ ਕੋਈ ਰੋਲ ਹੁੰਦਾ। ਬੰਦਾ ਕਦੀ ਉਹਨੂੰ ਭੁੱਲਦਾ ਨਹੀਂ ਜੇ। ਬੰਦਾ ਕਹਿੰਦਾ ਆਹ ਜਿਹੜਾ ਬੰਦਾ ਫਲਾਣਾ ਹੈ ਨਾ, ਕੋਈ ਸਮਾਂ ਸੀ ਇਸ ਬੰਦੇ ਨੇ ਮੇਰੇ ਨਾਲ ਖੜਿਆ, ਇਸ ਬੰਦੇ ਦੀ ਮੇਰੀ ਜ਼ਿੰਦਗੀ ਦੇ ਅੰਦਰ ਬੜੀ ਜ਼ਿਆਦਾ ਅਹਿਮੀਅਤ ਹੈ। ਤਾਂ ਮੈਂ ਬੇਨਤੀ ਕਰਾਂ, ਗੁਰੂ ਤਾਂ ਹਰ ਵੇਲੇ ਹਰ ਵਕਤ ਸਾਡੇ ਨਾਲ ਖਲੋਤਾ ਹੈ। ਮੈਂ ਕਹਿੰਦਾ ਬੰਦਿਆਂ ਦੇ ਨਾਲੋਂ ਵੱਧ ਗੁਰੂ ਦੀ ਸਾਡੀ ਜ਼ਿੰਦਗੀ ਦੇ ਅੰਦਰ ਸਭ ਤੋਂ ਵੱਧ ਅਹਿਮੀਅਤ ਹੈ। ਇਸੇ ਕਰਕੇ ਆਪਾਂ ਕਹਿੰਦੇ ਹਾਂ ਸਤਿਗੁਰ ਤੇਰਾ ਸਾਡੇ ਨਾਲ ਹੋਣਾ ਬੜਾ ਜ਼ਰੂਰੀ ਹੈ। ਦੁਨੀਆ ਵੇਖੋ, ਆਪਾਂ ਸ਼ਲੋਕ ਵਾਚੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ, ਆਪਾਂ ਬਾਣੀ ਦੀ ਵਿਚਾਰ ਕੀਤੀ, ਤੇ ਬਾਣੀ ਦੀ ਵਿਚਾਰ ਕਰਦਿਆਂ ਆਪਾਂ ਇਹ ਵੀ ਨਾਲ ਕਿਹਾ ਕਿ ਸਤਿਗੁਰੂ ਜੀ ਕਹਿੰਦੇ ਆ ਜੋ ਕੁਝ ਵੇਖਦਾ ਇਹ ਸਾਰੇ ਸੁੱਖ ਦੇ ਮਿੱਤਰ ਨੇ, ਪਰ ਜਦੋਂ ਤੇਰੇ ਤੇ ਦੁੱਖ ਆਇਆ ਤੇ ਗੁਰੂ ਨੇ ਤੇਰੇ ਨਾਲ ਖਲੋਣਾ ਹੈ। ਦੁਨੀਆ ਦੀ ਕੋਈ ਤਾਕਤ ਜਿਹਨੂੰ ਤੂੰ ਕਹਿਣਾ ਆ ਮੇਰਾ ਸੁੱਖ ਦਾ ਹਾਣੀ, ਆ ਮੇਰੇ ਦੁੱਖ ਦਾ ਹਾਣੀ, ਇਹਨਾਂ ਸਾਰਿਆਂ ਭੱਜ ਜਾਣਾ, ਕਿਉਂਕਿ ਗੁਰੂ ਨੇ ਤੇਰੇ ਨਾਲ ਖਲੋਣਾ। ਤਾਂ ਆਪਾਂ ਵੇਖਣਾ ਕਿ ਵੀ ਸਤਿਗੁਰੂ ਜੀ ਦਾ ਸਾਡੀ ਜ਼ਿੰਦਗੀ ਵਿੱਚ ਰੋਲ ਕੀ ਹੈ, ਸਾਡੀ ਜ਼ਿੰਦਗੀ ਦੇ ਅੰਦਰ ਗੁਰੂ ਦਾ ਹੋਣਾ ਕਿਉਂ ਜ਼ਰੂਰੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੀ ਵਿਚਾਰ ਕਰਨੀ ਹੈ, ਤਾਂ ਕਰਕੇ ਥੋੜ੍ਹਾ ਜਿਹਾ ਆਪਾਂ ਗੁਰੂ ਬਾਰੇ ਸਮਝੀਏ, ਫਿਰ ਆਪਾਂ ਇਤਿਹਾਸ ਦੀ ਵਿਚਾਰ ਸ਼ੁਰੂ ਕਰ ਪਾਵਾਂਗੇ। ਇਹ ਮੇਰਾ ਮੰਨਣਾ, ਮੇਰਾ ਹਿਰਦਾ ਕਹਿੰਦਾ, ਮੇਰਾ ਮਨ ਕਹਿੰਦਾ। ਸਤਿਗੁਰੂ ਗੁਰੂ ਨਾਨਕ ਮਹਾਰਾਜ ਬੜੀ ਕਿਰਪਾ ਕਰਦੇ ਆ, ਤੇ ਕਿਰਪਾ ਕਰਕੇ ਸਾਡੇ ਤੇ ਤਰਸ ਕਰਕੇ ਸਾਨੂੰ ਸਮਝਾਉਂਦੇ ਆ। ਵੇਖ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ। ਅਗਲਾ ਸ਼ਲੋਕ, ਜਿਵੇਂ ਸੋ ਚੰਦਰਮਾ ਚੜ੍ਹ ਜਾਣ, ਜੇ ਸੋ ਚੰਦਾ ਉਗਵੈ, ਚੰਦਾ ਦਾ ਅਰਥ ਹੁੰਦਾ ਚੰਦਰਮਾ, ਸੋ ਚੰਦਰਮਾ ਚੜ੍ਹ ਜਾਣ, ਸੂਰਜ ਚੜ੍ਹੈ ਹਜ਼ਾਰ, ਹਜ਼ਾਰਾਂ ਹੀ ਸੂਰਜ ਚੜ੍ਹੇ ਹੋਣ, ਪਰ ਇੱਕ ਗੱਲ ਚੇਤੇ ਰੱਖੀ, ਇਹਨਾਂ ਹਜ਼ਾਰਾਂ ਸੂਰਜਾਂ ਦੇ ਅੱਗੇ, ਇਹਨਾਂ ਚੜ੍ਹੇ ਸੋ ਚੰਦਰਮਾ ਦੇ ਅੱਗੇ ਸਤਿਗੁਰੂ ਜੀ ਕਹਿੰਦੇ ਆ ਇਹ ਤੇ ਕੱਖ ਵੀ ਨਹੀਂ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਹਨੇਰਾ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਇਹ ਸਾਰਾ ਚਾਨਣ ਹੁੰਦਿਆਂ, ਇਹ ਤਾਂ ਤੈਨੂੰ ਸਿਰਫ ਚੰਦਰਮਾ ਰਾਤ ਨੂੰ ਰੋਸ਼ਨੀ ਦੇਗਾ, ਤੈਨੂੰ ਦਿਖ ਜਾਏਗਾ, ਸੂਰਜ ਚੜ੍ਹ ਪਏਗਾ ਤੇ ਦਿਨ ਦੇ ਵਿੱਚ ਤੈਨੂੰ ਚੀਜ਼ਾਂ ਨਜ਼ਰ ਆ ਜਾਣਗੀਆਂ। ਸਤਿਗੁਰੂ ਜੀ ਕਹਿੰਦੇ ਆ ਉਹ ਗੁਰੂ ਤਾਂ ਇਹੋ ਜਿਹਾ ਹੈ ਜਿਹੜਾ ਹਰ ਵੇਲੇ ਹਰ ਵਕਤ
ਸਤਿਗੁਰੂ ਜੀ ਕਹਿੰਦੇ ਦਿਲ ਹਿਰਦੇ ਦੇ ਅੰਦਰ ਬੈਠਾ ਤੈਨੂੰ ਗਿਆਨ ਦਾ ਚਾਨਣ ਦੇਗਾ। ਵਿਦਵਾਨਾਂ ਦਾ ਮੰਨਣਾ ਹੈ। ਚਲੋ ਆਪਾਂ ਇਹ ਵੀ ਗੱਲ ਸਾਂਝੀ ਕਰ ਲਈਏ ਨਾਲ ਨਾਲ। ਵਿਦਵਾਨ ਸੱਜਣ ਜਦੋਂ ਗੁਰੂ ਦੇ ਬਾਰੇ ਲਿਖਦੇ ਆ ਨਾ, ਤੇ ਉਹ ਬੜੀਆਂ ਕਮਾਲ ਦੀਆਂ ਗੱਲਾਂ ਗੁਰੂ ਬਾਰੇ ਲਿਖਦੇ ਆ। ਤੇ ਮੈਂ ਕਹਿੰਦਾ ਕਿ ਵੀ ਇਹੋ ਜਿਹੀਆਂ ਗੱਲਾਂ ਹਿਰਦੇ ਦੇ ਵਿੱਚ ਸਾਡੇ ਜੇਕਰ ਵਸ ਜਾਣ ਤੇ ਗੁਰੂ ਦੀ ਸਾਡੀ ਜ਼ਿੰਦਗੀ ਵਿੱਚ ਅਹਿਮੀਅਤ ਕੀ ਹੈ ਸਾਨੂੰ ਸਭ ਨੂੰ ਪਤਾ ਲੱਗਦਾ ਹੈ। ਵੇਖੋ ਪੁਰਾਣੇ ਸਮੇਂ ਦੇ ਅੰਦਰ ਜਦੋਂ ਕੱਚੇ ਘਰ ਹੋਇਆ ਕਰਦੇ ਸਨ, ਮਿੱਟੀ ਦੇ ਘਰ ਹੋਇਆ ਕਰਦੇ ਸਨ, ਤੇ ਲੋਕ ਅਕਸਰ ਕੀ ਕਰਿਆ ਕਰਦੇ ਸਨ, ਕਿਉਂਕਿ ਲਾਈਟਾਂ ਦਾ ਇੰਨਾ ਪ੍ਰਬੰਧ ਨਹੀਂ ਸੀ ਹੁੰਦਾ, ਚਾਨਣ ਇੰਨਾ ਨਹੀਂ ਸੀ ਹੁੰਦਾ। ਪੁਰਾਣੇ ਬਜ਼ੁਰਗ ਜਿਹੜੇ ਉਸ ਸਮੇਂ ਦੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਏਗਾ, ਇੱਕ ਦੀਪਕ ਹੁੰਦਾ ਸੀ, ਉਹਨੂੰ ਦਹਿਲੀਜ਼ ਤੇ ਰੱਖ ਦਿੱਤਾ ਜਾਂਦਾ ਸੀ ਤੇ ਉਹਨੂੰ ਅਕਸਰ ਕਿਹਾ ਜਾਂਦਾ ਸੀ, ਸਾਡੇ ਬਜ਼ੁਰਗ ਪੁਰਾਣੇ ਕਹਿੰਦੇ ਹੁੰਦੇ ਸਨ, ਇਹਨੂੰ ਕਹਿੰਦੇ ਆ ਦੇਲੀ ਦੀਪਕ। ਦੇਲੀ ਦਾ ਅਰਥ ਹੈ ਦਹਿਲੀਜ਼ ਤੇ ਭਾਵ ਵਿਚਕਾਰ ਰੱਖਿਆ ਹੋਇਆ ਦੀਵਾ। ਉਹਦਾ ਕੀ ਫਾਇਦਾ ਸੀ ਭਲਾ? ਜਦੋਂ ਬਜ਼ੁਰਗਾਂ ਨੂੰ ਪੁੱਛਣਾ ਉਹਦਾ ਕੀ ਚੱਕਰ ਹੁੰਦਾ ਸੀ ਤੇ ਉਹਨਾਂ ਨੇ ਕਹਿਣਾ ਦੇਲੀ ਦੀਪਕ, ਦਹਿਲੀਜ਼ ਤੇ ਰੱਖਿਆ ਹੋਇਆ ਦੀਵਾ। ਉਹਨੂੰ ਕਿਉਂ ਕਹਿੰਦੇ ਸਨ ਦੇਲੀ ਦੀਪਕ? ਕਿਉਂਕਿ ਉਹਨੂੰ ਵਿਚਕਾਰ ਰੱਖਿਆ ਹੀ ਤਾਂ ਜਾਂਦਾ ਸੀ ਉਹ ਅੰਦਰ ਵੀ ਚਾਨਣ ਦੇਵੇ, ਬਾਹਰ ਵੀ ਚਾਨਣ ਦੇਵੇ। ਜੇ ਕੋਈ ਅੰਦਰ ਬੈਠਾ ਉਹਨੂੰ ਬਾਹਰ ਵੀ ਦਿਸਦਾ ਰਹੇ ਤੇ ਜਿਹੜਾ ਬਾਹਰ ਬੈਠਾ ਉਹਨੂੰ ਅੰਦਰ ਵੀ ਦਿਸਦਾ ਰਹੇ, ਉਹਦਾ ਸੀਗਾ ਦੇਲੀ ਦੀਪਕ। ਤੇ ਸਤਿਗੁਰੂ ਜੀ ਕਹਿੰਦੇ ਆ ਗੁਰੂ ਇੱਕ ਦਹਿਲੀਜ਼ ਤੇ ਰੱਖਿਆ ਹੋਇਆ ਦੀਵਾ ਹੈ। ਤੇਰੇ ਹਿਰਦੇ ਰੂਪੀ ਦਹਿਲੀਜ਼ ਤੇ ਜੇਕਰ ਤੂੰ ਸ਼ਬਦ ਰੂਪੀ ਦੀਵਾ ਰੱਖ ਲੈ, ਸਤਿਗੁਰੂ ਜੀ ਕਹਿੰਦੇ ਆ ਤੈਨੂੰ ਬਾਹਰ ਵੀ ਚਾਨਣ ਦੇਗਾ, ਤੈਨੂੰ ਅੰਦਰ ਵੀ ਚਾਨਣ ਦੇਗਾ। ਜੇਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਤੇ ਜਦੋਂ ਆਪਾਂ ਬਚਨ ਬਾਣੀ ਵਿੱਚ ਫਿਰ ਪੜ੍ਹਦੇ ਆ, ਸਤਿਗੁਰੂ ਜੀ ਕਹਿੰਦੇ ਗੁਰਬਿਨ ਘੋਰ ਅੰਧਾਰ। ਗੁਰੂ ਦਾ ਹੋਣਾ ਜ਼ਿੰਦਗੀ ਵਿੱਚ ਕਿਉਂ ਲਾਜ਼ਮੀ ਹੈ? ਗੁਰੂ ਤੋਂ ਬਿਨਾਂ ਜ਼ਿੰਦਗੀ ਹਨੇਰਾ ਹੈ। ਗੁਰੂ ਤੋਂ ਬਿਨਾਂ ਜ਼ਿੰਦਗੀ ਜਿਹੜੀ ਹੈ ਉਹ ਚਾਨਣਮਈ ਨਹੀਂ ਹੋ ਸਕਦਾ। ਦਿਲ ਅੰਧਿਆਰੀ ਰਾਤ ਤਾਂ ਹੋ ਸਕਦੀ ਹੈ, ਦਿਲ ਚਾਨਣ ਨਹੀਂ ਹੋ ਸਕਦਾ। ਕਿਉਂਕਿ ਗੁਰੂ ਕੀ ਹੈ ਜਿਹਨੇ ਤੇਰੇ ਜੀਵਨ ਵਿੱਚ ਚਾਨਣ ਕਰਨਾ ਹੈ। ਤੇ ਉਸੇ ਨੂੰ ਭੱਟ ਸਾਹਿਬਾਨ ਕਹਿੰਦੇ ਆ ਗੁਰਬਿਨ ਘੋਰ ਅੰਧਾਰ। ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਪਹਿਲੀ ਗੱਲ ਹਨੇਰਾ, ਦੂਜੀ ਗੱਲ ਗੁਰਬਿਨ ਸਮਝ ਨਾ ਆਵੇ। ਜੇ ਤੂੰ ਆਖੇ ਕਿ ਮੈਂ ਕੁਝ ਸਮਝ ਲਵਾਂ, ਮੈਨੂੰ ਕੁਝ ਸਮਝ ਆ ਜਾਏ, ਤੇ ਇਹ ਵੀ ਗੱਲ ਆਪਣੇ ਜੇਨ ਵਿੱਚ ਧਾਰਨ ਕਰ ਲਈ, ਗੁਰੂ ਤੋਂ ਬਿਨਾਂ ਤੂੰ ਕੁਝ ਸਮਝ ਵੀ ਨਹੀਂ ਸਕਦਾ। ਕਿਉਂਕਿ ਧਰਮ ਦੀ ਦੁਨੀਆ ਦੇ ਅੰਦਰ ਜਦੋਂ ਤੂੰ ਪੈਰ ਧਰੇਗਾ, ਭਾਵੇਂ ਧਰਮ ਦੀ ਦੁਨੀਆ ਕਿਉਂ ਨਾ ਹੋਵੇ ਤੇ ਭਾਵੇਂ ਉਹ ਸੰਸਾਰੀ ਦੁਨੀਆ ਨਾ ਕਿਉਂ ਨਾ ਹੋਵੇ, ਦੋਵੇਂ ਥਾਵਾਂ ਤੇ ਗੁਰੂ ਨੇ ਦੀਪਕ ਜਗਾ ਕੇ ਦੋਵੇਂ ਗੱਲਾਂ ਹੀ ਤੈਨੂੰ ਸਮਝਾ ਦੇਣੀਆਂ ਨੇ। ਇਸੇ ਕਰਕੇ ਭੱਟ ਸਾਹਿਬਾਨ ਕਹਿੰਦੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਤੂੰ ਮੁਕਤੀ ਵੀ ਨਹੀਂ ਪਾ ਸਕਦਾ। ਇਹ ਜਿਹੜੀਆਂ ਬੰਧਨਾਂ ਦੀਆਂ ਖਲਾਸੀਆਂ ਨੇ ਨਾ, ਇਹ ਗੁਰੂ ਤੋਂ ਬਿਨਾਂ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਬੰਦ ਖਲਾਸੀ ਭਾਣਾ ਹੋਏ, ਗੁਰੂ ਦੇ ਹੁਕਮ ਤੋਂ ਬਿਨਾਂ ਨਹੀਂ। ਸੋ ਸਤਿਗੁਰੂ ਦਾ ਹੋਣਾ ਸਾਡੀ ਜ਼ਿੰਦਗੀ ਦੇ ਅੰਦਰ ਬੜਾ ਜ਼ਰੂਰੀ ਹੈ। ਆਪਾਂ ਕਹਿੰਦੇ ਹਾਂ ਜਿਵੇਂ ਬਾਹਰਲੀਆਂ ਚੀਜ਼ਾਂ ਨੂੰ ਆਪਾਂ ਇੰਨੀ ਅਹਿਮੀਅਤ ਦਿੰਦੇ ਹਾਂ ਕਿ ਵੀ ਆਹ ਵੀ ਮੇਰੇ ਲਈ ਖਾਸ, ਆਹ ਵੀ ਮੇਰੇ ਲਈ ਖਾਸ। ਤੇ ਮੈਂ ਇੱਕ ਬੇਨਤੀ ਕਰਕੇ ਫਿਰ ਥੋੜ੍ਹਾ ਜਿਹਾ ਲੜੀ ਨੂੰ ਮੈਂ ਛੂਹਣ ਦੀ ਕੋਸ਼ਿਸ਼ ਕਰਾਂਗਾ। ਵੇਖੋ ਕਿਸੇ ਨੇ ਸਾਨੂੰ ਬੇਮਿਸਾਲ ਬੇਕੀਮਤੀ ਚੀਜ਼ ਦਿੱਤੀ, ਕਹਿ ਲਓ ਕਿ ਵੀ ਅੱਜ ਦੇ ਸਮੇਂ ਦੇ ਅੰਦਰ ਚੰਗਾ ਗਿਫਟ ਕਿਸੇ ਨੇ ਸਾਨੂੰ ਦਿੱਤਾ, ਜਨਮ ਦਿਨ ਤੇ ਦੇ ਦਿੱਤਾ, ਕਿਸੇ ਖੁਸ਼ੀ ਦੇ ਮੌਕੇ ਤੇ ਦੇ ਦਿੱਤਾ, ਤੇ ਬੰਦਾ ਜਿਹੜਾ ਹੈ ਉਹਨੂੰ ਬੜਾ ਸੰਭਾਲ ਕੇ ਰੱਖਦਾ। ਬੰਦਾ ਪਤਾ ਕੀ ਕਹਿੰਦਾ ਹੈ? ਦੂਜਾ ਜੇਕਰ ਆ ਕੇ ਕੋਈ ਮਿੱਤਰ ਸੱਜਣ ਪੁੱਛ ਲਏ ਕਿ ਵੀ ਤੂੰ ਆਹ ਚੀਜ਼ ਇੰਨੀ ਸੰਭਾਲ ਕੇ ਕਿਉਂ ਰੱਖੀ ਹੋਈ ਹੈ, ਇਹ ਕਿਉਂ ਤੂੰ ਇਹਨੂੰ ਬਾਰ-ਬਾਰ ਸੰਭਾਲਦਾ ਰਹਿਣਾ, ਕਿਉਂ ਇਹਨੂੰ ਬਾਰ-ਬਾਰ ਇਹਦੀ ਝਾੜਾ ਪੂੰਜੀ ਜੀ ਕਰਦਾ ਰਹਿਣਾ? ਤੇ ਅੱਗੋਂ ਮੇਰੇ ਵਰਗਾ ਕਹਿੰਦਾ ਇਹ ਮੇਰੇ ਕਿਸੇ ਖਾਸ ਸੱਜਣ, ਇਹ ਮੇਰੇ ਕਿਸੇ ਖਾਸ ਮਿੱਤਰ ਨੇ ਜਿਹਦੇ ਨਾਲ ਮੇਰਾ ਅਥਾਹ ਪਿਆਰ ਹੈ, ਮੈਨੂੰ ਉਸ ਮਿੱਤਰ ਨੇ ਦਿੱਤੀ ਹੈ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਸਿੱਖਾ, ਗੁਰੂ ਨੇ ਤੇ ਪਰੋ ਕੇ ਰਤਨਾਂ ਦੇ ਵਿੱਚ ਤੈਨੂੰ ਸ਼ਬਦ ਦੇ ਦਿੱਤਾ, ਤੂੰ ਉਹ ਸ਼ਬਦ ਦੀ ਸੰਭਾਲ ਕਰ ਲੈਂਦਾ, ਗੁਰੂ ਦੀ ਅਹਿਮੀਅਤ ਨੂੰ ਵੀ ਕਿਤੇ ਤੂੰ ਜਾਣ ਜਾਂਦਾ। ਆਪਾਂ ਦੁਨਿਆਵੀ
ਉਹਨਾਂ ਚੀਜ਼ਾਂ ਦੇ ਪਿੱਛੇ ਲੱਗ ਕੇ ਆਪਾਂ ਗੁਰੂ ਨੂੰ ਭੁਲਾ ਬੈਠੇ। ਆਪਾਂ ਇਹ ਨਹੀਂ ਸਮਝਿਆ ਕਿ ਵੀ ਸਾਡੀ ਜ਼ਿੰਦਗੀ ਦੇ ਅੰਦਰ ਗੁਰੂ ਦਾ ਬੜਾ ਵੱਡਾ ਰੋਲ ਹੈ, ਬੜਾ ਵੱਡਾ ਰੋਲ ਹੈ। ਮੈਂ ਕਹਿੰਦਾ ਦੁਨੀਆ ਦੁੱਖਾਂ ਵਿੱਚ ਪਈ ਹੋਵੇ ਤੇ ਬੰਦਾ ਦੁੱਖਾਂ ਵਿੱਚੋਂ ਕੱਢਣ ਦੇ ਲਈ ਅਸਮਰਥ ਹੋ ਜਾਂਦਾ ਹੈ, ਕੱਢਣ ਲਈ ਅਸਮਰਥ ਹੋ ਜਾਂਦਾ ਹੈ। ਕੋਈ ਕਿਸੇ ਦੀ ਬਾਂਹ ਨਹੀਂ ਪਕੜਦਾ। ਗੁਰੂ ਤੇਗ ਬਹਾਦਰ ਮਹਾਰਾਜ, ਸਤਿਗੁਰ ਜਦੋਂ ਮੈਂ ਤੇਰੇ ਵੱਲ ਤੱਕਦਾ, ਜਦੋਂ ਕੋਈ ਵਿਪਤਾ ਵਿੱਚ ਪੈਂਦਾ ਹੈ, ਜਦੋਂ ਕੋਈ ਦੁੱਖਾਂ ਵਿੱਚ ਫਸਦਾ ਹੈ, ਜਦੋਂ ਕੋਈ ਮੁਸੀਬਤਾਂ ਵਿੱਚ ਫਸਦਾ ਹੈ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਮੈਂ ਤੇਰੇ ਜੀਵਨ ਦੀ ਵਿਚਾਰ ਕਰਨ ਤੁਰਿਆ ਤੇ ਜਦੋਂ ਮੈਂ ਤੇਰੇ ਜੀਵਨ ਵੱਲ ਝਾਤ ਮਾਰਦਾ, ਤੂੰ ਦੁੱਖਾਂ ਵਿੱਚੋਂ ਵੀ ਕੱਢ ਲੈਣਾ, ਤੂੰ ਮੁਸੀਬਤਾਂ ਵਿੱਚੋਂ ਵੀ ਕੱਢ ਲੈਣਾ। ਤਾਂ ਹੀ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲਮ ਕਹਿੰਦੀ ਹੈ, ਸਭ ਥਾਈਂ ਹੋਏ ਸਹਾਏ। ਤੂੰ ਤੇ ਸਭ ਥਾਵਾਂ ਤੇ ਹੈ, ਕੋਈ ਐਸਾ ਥਾਂ ਨਹੀਂ। ਮੈਂ ਇੱਕ ਬੇਨਤੀ ਫਿਰ ਕਰਾਂ, ਕੱਲ ਵੀ ਕੀਤੀ ਸੀ, ਪਾਰ ਬ੍ਰਹਮ ਤੇ ਗੁਰੂ ਵਿੱਚ ਕੋਈ ਭੇਦ ਨਹੀਂ ਹੈ। ਗੁਰੂ ਤੇ ਪਾਰ ਬ੍ਰਹਮ ਤੇ ਇੱਕ ਨੇ। ਤੇ ਮੈਂ ਕਹਿੰਦਾ ਤੂੰ ਜਿੱਥੇ ਮਰਜੀ ਬਹਿ ਕੇ ਗੁਰੂ ਨੂੰ ਧਿਆਈ। ਤੇਗ ਬਹਾਦਰ ਸਿਮਰਿਆ, ਸਿਮਰਨਾ ਭਾਵ ਯਾਦ ਕਰਨਾ। ਰੋਜ਼ ਆਪਾਂ ਅਰਦਾਸ ਦੇ ਵਿੱਚ ਗੁਰੂ ਨੂੰ ਯਾਦ ਕਰਦੇ ਹਾਂ। ਤੇ ਸਤਿਗੁਰੂ ਜੀ ਦੀ ਕਲਮ ਕਹਿੰਦੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਕਹਿਣ ਲੱਗੇ ਇਹ ਮੇਰੇ ਪਿਤਾ ਨੇ, ਇਹ ਮੇਰਾ ਬਾਪੂ ਹੈ, ਇਹ ਮੇਰਾ ਧਰਮੀ ਪਿਤਾ ਹੈ। ਤੇ ਸਿੱਖਾਂ ਮੈਂ ਇਸ ਧਰਮੀ ਪੁਰਖ ਬਾਰੇ ਆਪਣੀ ਕਲਮ ਦੇ ਰਾਹੀਂ ਤੇਰੇ ਹਿਰਦੇ 'ਚ ਗੱਲ ਟਿਕਾ ਚੱਲਾਂ। ਤੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਜਦੋਂ ਯਾਦ ਕਰੇਂਗਾ, ਜਿੱਥੇ ਯਾਦ ਕਰੇਂਗਾ, ਕਿਸੇ ਵੀ ਰੂਪ ਦੇ ਵਿੱਚ, ਕਿਸੇ ਵੀ ਦੁੱਖ ਵਿੱਚ ਯਾਦ ਕਰੇਂਗਾ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ। ਤੇਰੇ ਘਰ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ, ਨੌ ਨਿਧੀਆਂ ਆ ਜਾਣਗੀਆਂ। ਤੇ ਇੱਕ ਗੱਲ ਹੋਰ ਜੇਨ ਵਿੱਚ ਰੱਖੀ, ਸਭ ਥਾਈਂ ਹੋਏ ਸਹਾਏ। ਮੇਰਾ ਬਾਪੂ ਸਭ ਥਾਵਾਂ ਤੇ ਸਹਾਇਤਾ ਤੇਰੀ ਕਰੇਗਾ। ਗੁਰੂ ਤੇਗ ਬਹਾਦਰ ਮਹਾਰਾਜ, ਚਲੋ ਥੋੜਾ ਜਿਹਾ ਇਤਿਹਾਸ ਦੀ ਲੜੀ ਨੂੰ ਨਾਲ ਲੈ ਲਈਏ, ਆਰੰਭਤਾ ਕਰ ਲਈਏ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਇਤਿਹਾਸ ਦੇ ਅੰਦਰ ਜੋ ਕੁਝ ਬਿਆਨ ਹੋਇਆ, ਚਲੋ ਅੱਜ ਦੇ ਸਮੇਂ ਦੇ ਅੰਦਰ ਤਰੀਕਾਂ ਡੇਟਾਂ ਜਿਹੜੀਆਂ ਉਹ ਬਦਲ ਗਈਆਂ। ਵੈਸੇ 1 ਮਈ ਦਾ ਮਹੀਨੇ ਦਾ ਤਕਰੀਬਨ ਫਰਕ ਪੈ ਗਿਆ। ਤੇ ਇਤਿਹਾਸ ਦੇ ਅੰਦਰ 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਦੇ ਅੰਦਰ, ਥੋੜਾ ਜਿਹਾ ਬੇਨਤੀ ਨੂੰ ਧਿਆਨ ਨਾਲ ਸੁਣਿਓ, 10 ਗੁਰੂ ਸਾਹਿਬਾਨ ਨੇ। 10 ਗੁਰੂ ਸਾਹਿਬਾਨਾਂ ਦੇ ਵਿੱਚੋਂ ਇੱਕੋ ਗੁਰੂ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚਾ ਪਾਤਸ਼ਾਹ, ਜਿਹਦਾ ਪ੍ਰਕਾਸ਼ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੁੰਦਾ। ਉਹ ਧਰਤੀ ਜਿਹੜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਵਾਜੀ ਹੋਈ ਧਰਤੀ ਹੈ, ਜਿਹਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਡਿੱਠੇ ਸਭੇ ਥਾਮ ਨਹੀਂ ਤੁਧ ਜੇਖਿਆ। ਜਿਸ ਧਰਤੀ ਵਰਗਾ ਹੀ ਕੋਈ ਹੋਰ ਕੋਨਾ ਨਹੀਂ। ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਦਾ ਉਸ ਧਰਤੀ ਤੇ ਪ੍ਰਕਾਸ਼ ਹੁੰਦਾ ਹੈ। ਮੈਂ ਫਿਰ ਬੇਨਤੀ ਕਰਾਂ, ਸਤਿਗੁਰੂ ਜੀ ਦੀ ਬਾਣੀ ਨੇ ਉਸ ਧਰਤੀ ਨੂੰ ਸਿਫਤੀ ਦਾ ਘਰ ਵੀ ਆਖਿਆ, ਕਿਉਂਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਕੋਈ ਆਮ ਧਰਤੀ ਨਹੀਂ। ਉਹ ਧਰਤੀ ਸਿੱਖ ਦਾ ਹਿਰਦਾ ਹੈ। ਚੇਤੇ ਰੱਖਣਾ, ਉਸ ਧਰਤੀ ਨੂੰ ਆਪਾਂ ਕਹਿੰਦੇ ਆ ਉਹ ਸਿੱਖੀ ਦਾ ਧੁਰਾ, ਭਾਵ ਸਿੱਖੀ ਦਾ ਹਿਰਦਾ ਹੈ। ਤੇ ਸਿੱਖੀ ਦੇ ਨਾਲ ਉਹ ਇਸ ਤਰ੍ਹਾਂ ਜੁੜਿਆ ਹੋਇਆ ਹੈ ਜਿਵੇਂ ਸਾਡੇ ਹਿਰਦੇ, ਸਾਡੇ ਅੰਦਰ ਸਾਡਾ ਹਿਰਦਾ ਜੁੜਿਆ ਹੋਇਆ। ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ, ਜਿਹਨੂੰ ਸਤਿਗੁਰੂ ਜੀ ਕਹਿੰਦੇ ਆ ਅੰਮ੍ਰਿਤਸਰ ਸ਼ਹਿਰ ਸਿਫਤੀ ਦਾ ਘਰ। ਸਤਿਗੁਰੂ ਜੀ ਕਹਿੰਦੇ ਤਾਂ ਸਿਫਤੀ ਦਾ ਘਰ ਹੈ। ਚਲੋ ਸਤਿਗੁਰੂ ਜੀ ਦੀ ਬਾਣੀ ਨੇ ਜਦੋਂ ਜਗ੍ਹਾ ਦੀ ਗੱਲ ਕੀਤੀ ਹੈ ਤੇ ਉੱਥੇ ਜਾ ਕੇ ਸਤਿਗੁਰੂ ਜੀ ਬਾਣੀ ਵਿੱਚ ਇਹ ਵੀ ਕਹਿੰਦੇ ਆ, ਜਿਵੇਂ ਆਪਾਂ ਰੋਜ਼ ਜਦੋਂ ਸਮਾਪਤੀ ਹੁੰਦੀ ਹੈ ਤੇ ਆਪਾਂ ਸ਼ਬਦ ਪੜ੍ਹਦੇ ਹਾਂ, ਜਿੱਥੈ ਜਾਏ ਬਹਿ ਮੇਰਾ ਸਤਿਗੁਰ, ਸੋ ਥਾਨ ਸੁਹਾਵਾ ਰਾਮ ਰਾਜੇ। ਹੁਣ ਸਤਿਗੁਰੂ ਜੀ ਤਾਂ ਜਿੱਥੇ ਬੈਠ ਜਾਏ, ਸਤਿਗੁਰੂ ਜੀ ਜਿੱਥੇ ਪੈਰ ਪਾ ਦੇਣ। ਇੱਕ ਬਚਨ ਮੈਨੂੰ ਹੋਰ ਖਿਆਲ ਆਇਆ, ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਪਰਥਾਏ ਭਾਈ ਗੁਰਦਾਸ ਜੀ ਨੇ ਇੱਕ ਬੜਾ ਕਮਾਲ ਦਾ ਬਚਨ ਲਿਖਿਆ ਆਪਣੀਆਂ ਵਾਰਾਂ ਦੇ ਅੰਦਰ। ਉੱਥੇ ਭਾਈ ਗੁਰਦਾਸ ਜੀ ਕਹਿੰਦੇ ਆ, ਜਿੱਥੈ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਮੇਰਾ ਬਾਬਾ ਨਾਨਕ ਜਿੱਥੇ ਜਿੱਥੇ ਪੈਰ ਧਰਦਾ, ਭਾਈ ਗੁਰਦਾਸ ਜੀ ਕਹਿੰਦੇ ਆ ਉਹ ਥਾਂ ਪੂਜਾ ਦਾ ਆਸਣ ਬਣ ਜਾਂਦਾ ਹੈ।
ਉੱਥੇ ਹੀ ਮੇਰੇ ਸਤਿਗੁਰੂ ਜੀ ਦੀਆਂ ਵਡਿਆਈਆਂ ਹੋਣ ਲੱਗ ਜਾਂਦੀਆਂ ਨੇ, ਉੱਥੇ ਹੀ ਮੇਰੇ ਸਤਿਗੁਰੂ ਜੀ ਦੀ ਪੂਜਾ ਹੋਣ ਲੱਗ ਜਾਂਦੀ ਹੈ। ਭਾਵੇਂ ਉਹ ਭਾਈ ਲਾਲੋ ਦਾ ਘਰ ਹੋਵੇ, ਭਾਵੇਂ ਉਹ ਭਾਈ ਮਲਕ ਭਾਗੋ ਦਾ ਘਰ ਹੋਵੇ, ਤੇ ਸਤਿਗੁਰੂ ਜੀ ਕਹਿੰਦੇ ਭਾਵੇਂ ਉਹ ਕਿਸੇ ਗਰੀਬ ਦਾ, ਭਾਵੇਂ ਅਮੀਰ ਦਾ ਹੋਵੇ, ਸਭ ਥਾਂ ਤੇ ਮੇਰਾ ਘਰ ਘਰ ਬਾਬਾ ਗਾਵੀਐ। ਮੇਰਾ ਬਾਬਾ ਤੇ ਘਰ ਘਰ ਗਾਵਿਆ ਜਾਣ ਲੱਗਾ। ਇਸ ਕਰਕੇ ਜਿੱਥੈ ਜਾਏ ਬਹਿ ਮੇਰਾ ਸਤਿਗੁਰ, ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਥਾਂ ਬੜਾ ਸੋਹਣਾ। ਚਲੋ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਜਿੱਥੇ ਗੁਰੂ ਦਾ ਆਗਮਨ ਹੋਇਆ, ਵੈਸੇ ਕੱਲ ਵੀ ਬੇਨਤੀ ਕੀਤੀ ਸੀ, ਆਪ ਜੀ ਦੇ ਚਰਨਾਂ ਵਿੱਚ 3 ਜਗ੍ਹਾਵਾਂ ਬੜੀਆਂ ਪਾਕ ਤੇ ਪਵਿੱਤਰ ਮੰਨੀਆਂ ਜਾਂਦੀਆਂ ਨੇ। 3 ਜਗ੍ਹਾ ਉਹ ਕਿਹੜੀਆਂ? ਜਿੱਥੇ ਗੁਰੂ ਦਾ ਪ੍ਰਕਾਸ਼ ਹੋਇਆ, ਅੱਜ ਵੀ ਆਪਾਂ ਉਸ ਧਰਤੀ ਨੂੰ ਬੜਾ ਪੂਜਦੇ ਹਾਂ, ਉਸ ਧਰਤੀ ਨੂੰ ਆਪਾਂ ਸਿਜਦਾ ਕਰਦੇ ਹਾਂ। ਜਿਸ ਧਰਤੀ ਤੇ ਧੰਨ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਹੋਇਆ, ਉਸ ਨਨਕਾਣਾ ਸਾਹਿਬ ਦੀ ਧਰਤੀ ਦੀ ਅਰਦਾਸ ਅੱਜ ਵੀ ਆਪਾਂ ਕਰਦੇ ਹਾਂ। ਨਨਕਾਣਾ ਸਾਹਿਬ ਦੀ ਧਰਤੀ ਦੀ ਅੱਜ ਵੀ ਅਰਦਾਸ ਹੁੰਦੀ ਹੈ, ਦਾਤਿਆ ਜਿਨ੍ਹਾਂ ਧਾਮਾਂ ਤੋਂ ਸਿੱਖਾਂ ਨੂੰ ਵਿਛੋੜਿਆ ਗਿਆ, ਉਹਨਾਂ ਦੇ ਦਰਸ਼ਨ ਸਿੱਖਾਂ ਨੂੰ ਹੋਣ। ਆਪਾਂ ਅਰਦਾਸ ਕਰਦੇ ਹਾਂ। ਕੋਈ ਵੀ ਹੋਵੇ, ਪਹਿਲੀ ਬੇਨਤੀ ਜਿੱਥੇ ਗੁਰੂ ਦਾ ਪ੍ਰਕਾਸ਼ ਹੋਵੇ ਉਸ ਧਰਤੀ ਨੂੰ ਬੜਾ ਪੂਜਿਆ ਜਾਂਦਾ ਹੈ, ਬੜਾ ਅਰਾਧਿਆ ਜਾਂਦਾ ਹੈ। ਦੂਜੀ ਬੇਨਤੀ, ਜਿਸ ਧਰਤੀ ਤੇ ਬੈਠ ਕੇ, ਜਿਸ ਧਰਤੀ ਦੇ ਔਰੇ ਨੂੰ ਸਤਿਗੁਰੂ ਜੀ ਨੇ ਬੈਠ ਕੇ ਆਪਣੀਆਂ ਵਡਿਆਈਆਂ ਦੇ ਨਾਲ, ਆਪਣੀਆਂ ਸਿਫਤੋ ਸਲਾਹਾਂ ਦੇ ਨਾਲ, ਰੱਬ ਦੀਆਂ ਦੇ ਨਾਲ, ਉਸ ਧਰਤੀ ਦੇ ਉੱਤੇ ਬਹਿ ਕੇ ਵਡਿਆਈ ਰੱਬ ਦੀ ਕੀਤੀ ਹੋਵੇ, ਉਸ ਧਰਤੀ ਨੂੰ ਵੀ ਪੂਜਿਆ ਜਾਂਦਾ। ਬੜੀਆਂ ਇਹੋ ਜਿਹੀਆਂ ਜਗ੍ਹਾ ਨੇ। ਚਲੋ ਅੱਗੇ ਜਾ ਕੇ ਮੈਂ ਜ਼ਿਕਰ ਕਰਨਾ ਬਕਾਲਾ ਸਾਹਿਬ ਦੀ ਧਰਤੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਲੰਮਾ ਸਮਾਂ ਬਹਿ ਕੇ ਉਸ ਧਰਤੀ ਤੇ ਭਗਤੀ ਕੀਤੀ, ਉਸ ਧਰਤੀ ਤੇ ਬਹਿ ਕੇ ਉਹਨਾਂ ਸੰਸਾਰ ਦੇ ਦੁਖੀਆਂ ਦੀ ਸੇਵਾ ਕੀਤੀ। ਅੱਜ ਅਸੀਂ ਉਹ ਪਹਿਲਾਂ ਧਰਤੀ ਸੀ ਬਕਾਲਾ, ਤੇ ਜਦੋਂ ਗੁਰੂ ਦੇ ਪੈਰ ਪੈ ਗਏ, ਉਸ ਧਰਤੀ ਦਾ ਨਾਮ ਹੋ ਗਿਆ ਸ਼੍ਰੀ ਬਕਾਲਾ ਸਾਹਿਬ ਦੀ ਧਰਤੀ। ਤੀਜੀ ਬੇਨਤੀ, ਪਹਿਲੀ ਧਰਤੀ ਜਿੱਥੇ ਗੁਰੂ ਦਾ ਪ੍ਰਕਾਸ਼ ਹੋਇਆ, ਉਹ ਧਰਤੀ ਨੂੰ ਸਿਜਦਾ। ਦੂਜੀ ਧਰਤੀ, ਜਿਸ ਧਰਤੀ ਤੇ ਸਤਿਗੁਰੂ ਜੀ ਨੇ ਬੈਠ ਕੇ ਉਸ ਰੱਬ ਦੀ ਆਰਾਧਨਾ ਕੀਤੀ, ਉਸ ਧਰਤੀ ਦੇ ਜਰਰੇ ਜਰਰੇ ਨੂੰ ਸਿਜਦਾ। ਤੀਜੀ ਉਹ ਧਰਤੀ ਜਿੱਥੇ ਮੇਰੇ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ, ਉਸ ਧਰਤੀ ਅੱਜ ਵੀ ਵੇਖਦੇ ਹਾਂ। ਵੇਖੋ ਧੰਨ ਗੁਰੂ, ਮੈਂ ਚਲੋ ਉਦਾਹਰਨਾਂ ਗੁਰੂ ਸਾਹਿਬਾਨਾਂ ਦੀਆਂ ਲੈ ਰਿਹਾ, ਆਪਾਂ ਗੁਰੂ ਦੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗੱਲ ਕਰੀਏ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਆਪਣੇ ਸਵਾਸਾਂ ਨੂੰ, ਆਪਣੇ ਸਰੀਰ ਨੂੰ ਦਿੱਲੀ ਦੀ ਜਿਸ ਧਰਤੀ ਤੇ ਤਿਆਗਿਆ, ਆਪਾਂ ਉਸ ਧਰਤੀ ਨੂੰ ਅੱਜ ਵੀ ਸਿਜਦਾ ਕਰਦੇ ਹਾਂ। ਆਪਾਂ ਕਹਿੰਦੇ ਇੱਥੇ ਸਤਿਗੁਰੂ ਜੋਤੀ ਜੋਤ ਸਮਾਇਆ। ਸਰੋ ਵਿਚਾਰ 3 ਧਰਤੀਆਂ ਅੱਜ ਵੀ ਸਿੱਖਾਂ ਦੇ ਹਿਰਦਿਆਂ ਦੇ ਅੰਦਰ ਪੂਜਣ ਯੋਗ ਨੇ। ਤੇ ਮੈਂ ਤਾਂ ਬੇਨਤੀ ਕੀਤੀ ਆਪ ਜੀ ਦੇ ਚਰਨਾਂ 'ਚ, ਸਤਿਗੁਰੂ ਜੀ ਜਿੱਥੇ ਜਿੱਥੇ ਵੀ ਜਾਂਦੇ ਆ ਉਹ ਥਾਂ ਪੂਜਣ ਯੋਗ ਹੋ ਜਾਂਦੀ ਹੈ। ਤੇ ਸਤਿਗੁਰੂ ਜੀ ਦਾ ਬਚਨ ਸਾਂਝਾ ਕੀਤਾ ਸੀ, ਜਿੱਥੈ ਜਾਏ ਬਖੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਚਲੋ ਇਹ ਤਾਂ ਆਪਾਂ ਗੱਲ ਕਰ ਲਈ, ਜਿਹੜੀ ਧਰਤੀ ਜਿੱਥੇ ਗੁਰੂ ਨੇ ਪੈਰ ਪਾਇਆ, ਉਹ ਧਰਤੀ, ਉਹ ਥਾਂ ਪੂਜਣ ਯੋਗ ਹੋ ਗਈ। ਹੁਣ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਜਿਸ ਮਾਂ, ਜਿਸ ਪਿਤਾ ਦੇ ਘਰ ਉਸ ਸਤਿਗੁਰ ਦਾ ਪ੍ਰਕਾਸ਼ ਹੋਇਆ, ਮੇਰੇ ਦਾਤੇ ਨੇ ਉਸ ਪਿਤਾ ਨੂੰ ਵੀ ਧੰਨ ਆਖਿਆ, ਉਸ ਮਾਂ ਨੂੰ ਵੀ ਧੰਨ ਆਖਿਆ, ਜਿਸ ਮਾਂ ਦੀ ਕੁੱਖ ਚੋਂ ਗੁਰੂ ਦਾ ਪ੍ਰਕਾਸ਼ ਹੋਇਆ। ਬਚਨ ਆਪਾਂ ਪੜ੍ਹਦੇ ਹਾਂ ਸਤਿਗੁਰੂ ਜੀ ਦੀ ਬਾਣੀ ਦੇ ਅੰਦਰ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਵੇਖੋ 3 ਚੀਜ਼ਾਂ ਨੂੰ ਇੱਥੇ ਸਤਿਗੁਰੂ ਜੀ ਦੀ ਬਾਣੀ ਨੇ ਸਲਾਹ ਦਿੱਤਾ। ਪਹਿਲੀ, ਧੰਨ ਧੰਨ ਉਹ ਪਿਤਾ, ਉਹ ਪਿਤਾ ਬੜਾ ਧਨਤਾ ਦੇ ਯੋਗ ਹੈ। 1 ਵਾਰੀ ਨਹੀਂ, 2 ਵਾਰੀ ਨਹੀਂ, ਸਤਿਗੁਰੂ ਜੀ ਨੇ 2 ਵਾਰੀ ਇਹ ਸ਼ਬਦ ਉਸ ਪਿਤਾ ਲਈ ਵਰਤਿਆ, ਧੰਨ ਧੰਨ ਪਿਤਾ ਹੈ। ਉਹ ਪਿਤਾ ਬੜਾ ਧਨਤਾ ਯੋਗ ਹੈ, ਉਸ ਪਿਤਾ ਨੂੰ ਮੇਰਾ ਸਿਜਦਾ ਹੈ। ਸਤਿਗੁਰੂ ਜੀ ਕਹਿੰਦੇ ਆ, ਜਿਸ ਪਿਤਾ ਦੇ ਘਰ ਮੇਰੇ ਸਤਿਗੁਰ ਦਾ ਅਵਤਾਰ ਹੋਇਆ। ਤੇ ਅਗਲੀ ਬੇਨਤੀ, ਧੰਨ ਧੰਨ ਕੁਲ, ਉਹ ਕੁਲ, ਉਹ ਪਰਿਵਾਰ, ਉਹ ਕੁਟੁੰਬ, ਉਹ ਪਰਿਵਾਰ ਵੀ ਬੜਾ ਧਨਤਾ ਦੇ ਯੋਗ, ਉਹ ਕੁਟੁੰਬ, ਉਹ ਕੁਲ ਬੜੀ ਧਨਤਾ ਦੇ ਯੋਗ। ਜਿਸ ਕੁਲ ਦੇ ਅੰਦਰ, ਜਿਸ ਭੈਣ ਭਰਾਵਾਂ ਦੇ ਵਿੱਚ ਮੇਰੇ ਸਤਿਗੁਰੂ ਜੀ ਨੇ ਪ੍ਰਕਾਸ਼ ਲਿਆ, ਉਹ ਕੁਲ ਵੀ ਬੜੀ ਧਨ।
ਤੀਜੀ ਗੱਲ ਨਾਲ ਕਰ ਦਿੱਤੀ, ਉਹ ਧੰਨ ਧੰਨ ਉਹ ਜਨਨੀ ਹੈ, ਉਹ ਮਾਂ ਹੈ, ਉਹ ਧੰਨ ਧੰਨ ਜਿਸ ਮਾਂ ਦੀ ਕੁੱਖ ਚੋਂ ਇਹੋ ਜਿਹਾ ਅਵਤਾਰੀ ਪੁਰਖ ਪੈਦਾ ਹੋਇਆ। ਉਸ ਮਾਂ ਦੀ ਕੁੱਖ ਨੂੰ ਵੀ ਸਜਦਾ ਕਰ ਦਿੱਤਾ। ਤੇ ਮੈਂ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਉਸ ਪਾਕ ਪਵਿੱਤਰ ਧਰਤੀ ਤੇ ਉਹਨਾਂ ਦਾ ਆਗਮਨ ਹੋਇਆ, ਜਿਸ ਧਰਤੀ ਤੇ ਬੈਠ ਕੇ ਮੇਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿੱਖਾਂ ਨੂੰ ਸੰਸਾਰ ਭਵਜਲ ਤੋਂ ਤਰਨ ਦੀਆਂ ਬਾਤਾਂ ਸਿਖਾਈਆਂ। ਉਸ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਹੋਇਆ, ਜਿਸ ਧਰਤੀ ਤੇ ਬੈਠ ਕੇ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਬਦ ਦਾ ਪ੍ਰਵਾਹ ਚਲਾ ਕੇ ਸਿੱਖੀ ਦੇ ਹਿਰਦੇ 'ਚ ਸ਼ਬਦ ਪਾ ਦਿੱਤਾ। ਉਸ ਧਰਤੀ ਤੇ ਭਾਵ ਉਹ ਗੁਰੂ ਕੇ ਮਹਿਲ ਜਿੱਥੇ ਸਤਿਗੁਰੂ ਜੀ ਦਾ ਅਵਤਾਰ ਹੁੰਦਾ ਹੈ। ਮਾਤਾ ਨਾਨਕੀ ਜੀ, ਮਾਤਾ ਦਾ ਨਾਂ ਹੈ ਮਾਤਾ ਨਾਨਕੀ, ਪਿਤਾ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ। ਵੈਸੇ ਸੋਢੀਆਂ ਦੀ ਕੁੱਲ, ਜਿਵੇਂ ਆਪਾਂ ਭਾਈ ਗੁਰਦਾਸ ਜੀ ਦਾ ਬਚਨ ਪੜ੍ਹਦੇ ਹਾਂ, ਥੋੜ੍ਹਾ ਜਿਹਾ ਪਿਛੋਕੜ ਸਮਾਂ ਹੋ ਗਿਆ, ਸਿਰਫ 1 ਮਿੰਟ ਆਪਾਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦਾ ਬਚਨ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਉੱਥੇ ਭਾਈ ਗੁਰਦਾਸ ਜੀ ਨੇ ਸੋਢੀਆਂ ਦੇ ਕੁੱਲ ਦਾ ਜ਼ਿਕਰ ਕੀਤਾ। ਚਲੋ ਸਤਿਗੁਰ ਕਿਰਪਾ ਕਰੇ, ਕੱਲ ਨੂੰ ਇਸੇ ਪੰਕਤੀ ਤੋਂ ਅੱਗੇ ਆਪਣੀ ਇਤਿਹਾਸ ਦੀ ਜਿਹੜੀ ਵਿਚਾਰ ਹੈ, ਨਾਲ ਨਾਲ ਗੁਰਬਾਣੀ ਤੇ ਨਾਲ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦਾ ਜੀਵਨ, ਉਸ 'ਤੇ ਆਪਾਂ ਜਿਹੜੀ ਆ ਉਹ ਝਾਤ ਮਾਰਦੇ ਜਾਵਾਂਗੇ। ਸਤਿਗੁਰੂ ਜੀ ਦੇ ਚਰਨਾਂ 'ਚ ਇਹੀ ਅਰਦਾਸ ਕਰੀਏ, ਦਾਤਿਆ ਜਿਸ ਤਰ੍ਹਾਂ ਸ਼ਬਦਾਂ ਦੀ ਵਿਚਾਰ ਤੁਸੀਂ ਆਪਣੇ ਕਰਾ ਲਈ, ਇਤਿਹਾਸ ਦੀ ਵਿਚਾਰ ਵੀ ਆਪ ਸਿਰ 'ਤੇ ਮੇਰ ਭਰਿਆ ਹੱਥ ਰੱਖ ਕੇ ਕਰਾ ਲਿਓ। ਤੁਹਾਨੂੰ ਸਤਿਗੁਰੂ ਜੀ ਸੁਣਨ ਦੀ ਸਮਰੱਥਾ ਬਖਸ਼ਣ ਤੇ ਸਾਨੂੰ ਸਤਿਗੁਰੂ ਜੀ ਬੋਲਣ ਦੀ ਸਮਰੱਥਾ ਬਖਸ਼ਣ। ਆਪਾਂ ਰਲ ਮਿਲ ਕੇ ਇਸੇ ਤਰ੍ਹਾਂ ਗੁਰੂ ਦੇ ਜੀਵਨ ਨੂੰ ਵਿਚਾਰ ਸਕੀਏ। ਤੇ ਨਾਲ ਇੱਕ ਹੋਰ ਬੇਨਤੀ ਕਰਦੇ ਹਾਂ, ਜਿੱਥੇ ਗੁਰੂ ਇਤਿਹਾਸ ਨੂੰ ਵਾਚਣਾ ਹੈ, ਤੁਸੀਂ ਸੁਣਨਾ, ਮੈਂ ਸੁਣਾਉਣਾ, ਸੁਣਿਆ ਤੇ ਸੁਣਾਇਆ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਬਹਿ ਜੇ। ਇਹ ਅਰਦਾਸ ਜ਼ਰੂਰ ਗੁਰੂ ਚਰਨਾਂ ਵਿੱਚ ਕਰੀਏ ਜੀ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।